ਆਟੋ ਚਲਾਉਂਦੇ ਹੋ ਤੁਸੀਂ? हाँ जी। ਡਰ ਨਹੀਂ ਲੱਗਦਾ ਕਿ ਵੀ ਕੱਲ ਨੂੰ ਕੁਝ ਹੋ ਗਿਆ, ਪਿੱਛੇ ਬੱਚੇ मैं तो ਨੇ? अपने बच्चे को भी साथ कर रहा हूँ जी। मेरा बच्चा अच्छा जी। 18 साल से बड़ा हो गया, मैं उसको भी भरूंगा फार्म। मोदी जी उसके घर गए, उनको समझाने की कोशिश की, लेकिन उसके बावजूद जो लातों के भूत है जो नहीं मानते, तो अंततः अब की बार ये निर्णय होना है कि फाइनल निपटारा हो कि मसले हल हुए हैं शबनम मिजाजी से, मगर मसले हल हुए हैं शबनम मिजाजी से, मगर गुत्थियां ऐसी भी हैं कि जिनको सुलझाती है आग। लेकिन पाकिस्तान की सारी इकोनॉमी आतंकवाद पे बेस्ड है, तो उस आतंकवाद की हड्डी तोड़नी है, उस आतंकवाद की रीढ़ तोड़नी है। अटल बिहारी वाजपेयी बस लेकर चले गए, मोदी नवाज शरीफ के यहाँ बिरयानी खाने चले गए, सब करके देख लिया। जो शांति का उपाय है सारे करके देख लिया। आतंकवादी घटना करो और करने के बाद ये बोलो कि हमने नहीं किया, इन्होंने अपने आदमी मरवा लिए। जो उन्होंने तरक्की का रास्ता नहीं अपनाया पाकिस्तान ने, आज उनके यहाँ पूछे चीनी उनके यहाँ क्या रेट है, उनके यहाँ पेट्रोल क्या रेट है, उनके यहाँ आटा क्या रेट है। आटा उनके यहाँ 300 से 600 रुपये किलो तक आटा है। ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ, ਉਸ ਨੂੰ ਲੈ ਕੇ ਭਾਰਤ ਸਰਕਾਰ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਜੁੜੋ। ਉਹ ਮੁਹਿੰਮ ਕੀ ਹੈ, ਅਪੀਲ ਕੀ ਹੈ ਕਿ ਬੈਕ ਐਂਡ ਦੇ ਉੱਤੇ ਜਿਹੜੀ ਸਪੋਰਟ ਚਾਹੀਦੀ ਹੈ, ਜਿਸ ਤਰੀਕੇ ਦੇ ਨਾਲ ਆਰਮੀ ਨੇ ਸੇਵਾ ਕਰਨੀ ਹੈ, ਦੂਜੇ ਪਾਸੇ ਜਿਹੜੇ ਲੋਕ ਨੇ, ਆਮ ਲੋਕ ਨੇ, ਉਹਨਾਂ ਨੇ ਵੀ ਸੇਵਾ ਕਰਨੀ ਹੈ। ਉਹ ਸ਼ੁਰੂਆਤ ਚੰਡੀਗੜ੍ਹ ਦੇ ਵਿੱਚ ਹੋਈ ਹੈ, ਭਾਵੇਂ ਉਹ ਹਰਿਆਣਾ ਦਾ ਨੌਜਵਾਨ ਹੈ, ਭਾਵੇਂ ਪੰਜਾਬ ਦਾ, ਕੋਈ ਵੀ ਹੈ, ਉਹ ਇਸ ਦੇ ਵਿੱਚ, ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋ ਰਿਹਾ ਹੈ। ਇਹ ਸੈਕਟਰ 17 ਦੇ ਵਿੱਚ ਅਸੀਂ ਮੌਜੂਦ ਹਾਂ, ਜਿੱਥੇ ਕਿ ਇਹ ਇੱਕ ਅਸੀਂ ਭਰਤੀ ਕਹਿ ਸਕਦੇ ਹਾਂ, ਇੱਕ ਇੱਥੇ ਜਿਹੜਾ ਲੋਕਾਂ ਨੂੰ ਜਿਹੜਾ ਜੋੜਨ ਦੀ ਕੋਸ਼ਿਸ਼ ਜਿਹੜੀ ਹੋ ਰਹੀ ਹੈ ਉਹ ਕਹਿ ਸਕਦੇ ਹਾਂ। ਇਹ ਕਿਵੇਂ ਤੇ ਕੀ ਹੈ, ਇਹ ਪ੍ਰੋਸੈਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਜਿਸ ਤਰੀਕੇ ਦੇ ਨਾਲ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਕਰ ਰਿਹਾ ਤਾਂ ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਸਾਡੀ ਇੰਡੀਅਨ ਆਰਮੀ ਦੇ ਰਹੀ ਹੈ। ਤਾਂ ਉੱਥੇ ਜਿਹੜੇ ਨੌਜਵਾਨ ਨੇ ਦੇਸ਼ ਦੇ, ਉਹ ਨਾਲ ਅੱਗੇ ਆ ਕੇ ਵਧਣ ਦੀ ਕੋਸ਼ਿਸ਼ ਕਰਨੇ ਕਿ ਸੇਵਾ ਕੀਤੀ ਜਾਏਗੀ, ਭਾਵੇਂ ਬੈਕ ਐਂਡ ਦੇ ਕਿਸੇ ਵੀ ਤਰੀਕੇ ਦੇ ਨਾਲ। ਫਾਰਮ ਭਰੇ ਜਾ ਰਹੇ ਨੇ, ਫਾਰਮ ਫਿਲ ਕੀਤੇ ਜਾ ਰਹੇ ਨੇ। ਇਹ ਦੂਰ ਦਰਾਡੇ ਤੋਂ ਨੌਜਵਾਨ ਆਏ ਨੇ। ਅਸੀਂ ਇੱਥੇ ਜਿਹੜੇ ਨੇ ਨੌਜਵਾਨ, ਇਹਨਾਂ ਨਾਲ ਵੀ ਗੱਲ ਕਰਾਂਗੇ ਕਿ ਇਹਨਾਂ ਦੇ ਹੌਸਲਾ ਜਿਹੜਾ ਉਹ ਪਿਆ ਹੈ ਕਿ ਅਸੀਂ ਦੇਸ਼ ਦੇ ਉੱਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਅਸੀਂ ਨਾਲ ਖੜੇ ਹੋਏ ਹਾਂ। ਜਿਵੇਂ ਇੱਧਰ ਕੋਈ ਵੀ ਨੇ ਵੀਰ ਆਟੋ ਚਾਲਕ ਲੱਗਦੇ ਨੇ, ਇਹ ਆਪਣਾ ਫਾਰਮ ਫਿਲ ਕਰ ਰਹੇ ਆ ਕਿ ਆਪਣੀ ਆਇਡੈਂਟੀ, ਆਧਾਰ ਕਾਰਡ, ਜੋ ਵੀ ਡਾਕੂਮੈਂਟਸ ਕਹੇ ਗਏ ਨੇ ਉਹ ਭਰੇ ਜਾ ਰਹੇ ਨੇ। ਇਹਨਾਂ ਦੇ ਜਜ਼ਬਾ ਹੈ ਕਿ ਜੇ ਦੇਸ਼ ਦੇ ਉੱਤੇ ਕੋਈ ਵੀ ਅਜਿਹੀ ਚੀਜ਼ ਹੋਏਗੀ ਤੇ ਅਸੀਂ ਖੜੇ ਹੋਏ ਹਾਂ डिफेंस ਦੇ वास्ते। क्या नाम है जी आपका? अभयराज। अभयराज, ये फॉर्म क्यों फिल कर रहे हो? हम अपने देश के लिए, सेवा के लिए। पाकिस्तान तो नापाक हरकतें कर रहा है और हमारे नौजवानों में जज्बा है कि हम तैयार बर तैयार हैं। क्या सेवा करना चाहोगे? हम जो भी सेवा मिलेगी इंडिया की, अपनी आर्मी की तरफ से जो भी सेवा मिलेगी हम तैयार हैं उसके लिए। ਕੀ ਤੁਹਾਨੂੰ ਲੱਗਦਾ ਕੀ ਹੈ ਕਿ ਕੀ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਹੈ ਤੇ ਇਹਨੂੰ ਕਿਵੇਂ ਜਿਹੜਾ ਹੈ ਨਿਬੜਿਆ ਜਾਏਗਾ ਇਸ ਚੀਜ਼ ਦੇ ਨਾਲ ਸਾਰਾ? अभी तो अब इंडिया आर्मी जैसे करेगी जी, अब जैसे वो करेंगे उस हिसाब से अब इंडिया आर्मी वाले जैसे करेंगे, अब जैसे उन्हीं के ऊपर है जो कुछ। ਆਟੋ ਚਲਾਉਂਦੇ ਹੋ ਤੁਸੀਂ? हाँ जी। ਡਰ ਨਹੀਂ ਲੱਗਦਾ ਕਿ ਵੀ ਕੱਲ ਨੂੰ ਕੁਝ ਹੋ ਗਿਆ, ਪਿੱਛੇ ਬੱਚੇ मैं तो ਨੇ? अपने बच्चे को भी साथ कर रहा हूँ जी। मेरा बच्चा अच्छा जी। 18 साल से बड़ा हो गया, मैं उसको भी भरूंगा फार्म दोनों का। ਦੇਸ਼ ਦੀ ਸੇਵਾ ਵਾਸਤੇ। हाँ जी। ਤਾਂ ਬਿਲਕੁਲ ਇਹ ਜਜ਼ਬਾ ਹੈ ਦੇਸ਼ ਦੀ ਸੇਵਾ ਵਾਸਤੇ। ਕਹਿੰਦੇ ਮੈਂ ਆਪਣੇ ਬੱਚੇ ਨੂੰ ਵੀ, ਇਹਨਾਂ ਦਾ ਜਿਹੜਾ ਆਟੋ ਡਰਾਈਵਰ ਨੇ, ਇਹਨਾਂ ਦਾ ਨਾਮ ਵੀ ਜਿਹੜਾ ਇੱਥੇ ਲਿਖਿਆ ਹੋਇਆ ਅਭਿਰਾਜ, ਤੇ ਇਹਨਾਂ ਦੇ ਆਟੋ ਦਾ ਨੰਬਰ ਵੀ, ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਕਿਉਂਕਿ ਇੱਕ ਰਜਿਸਟਰ ਹੁੰਦਾ, ਉਸ ਹਿਸਾਬ ਨਾਲ ਚੱਲਦੇ ਨੇ। ਤਾਂ ਚੰਡੀਗੜ੍ਹ ਪ੍ਰਸ਼ਾਸਨ ਦਾ ਸਹਿਯੋਗ, ਦੇਸ਼ ਦਾ ਸਹਿਯੋਗ ਦੇ ਰਹੇ ਨੇ। ਸਰ ਤੁਹਾਡਾ ਕੀ ਨਾਮ? ਮਾਈ ਸੈਲਫ ਐਡਵੋਕੇਟ ਵਿਸ਼ਾਲ ਕੁਮਾਰ। ਐਡਵੋਕੇਟ। ਹਾਂਜੀ, ਮੈਂ ਇੱਥੇ ਇਹਨਾਂ ਦੀ ਹੈਲਪ ਕਰ ਰਿਹਾ, ਫਾਰਮਸ ਫਿਲ ਕਰ ਰਿਹਾ ਕਈਆਂ ਦੇ। ਇਹ ਵੀ ਬਹੁਤ ਵੱਡੀ ਸੇਵਾ ਹੈ। ਸੇਵਾ ਹੀ ਹੈ ਜੀ। ਤੁਸੀਂ ਕਿਵੇਂ ਦੇਖਦੇ ਹੋ ਪਾਕਿਸਤਾਨ ਵਾਲੇ ਜਿਹੜੇ ਉੱਥੋਂ ਦੀ ਆਵਾਮ ਹੈ, ਉਹ ਕਰਨਗੇ ਕਿ ਅਸੀਂ ਤਾਂ ਇੱਟ ਨਾਲ ਇੱਟ ਵਜਾ ਦੇਵਾਂਗੇ, ਅਸੀਂ ਜੇ ਹਿੰਦੁਸਤਾਨ ਚੜ੍ਹ ਕੇ ਆਏਗਾ ਅਸੀਂ ਜਵਾਬ ਦੇਵਾਂਗੇ। ਤੁਸੀਂ ਕਿਵੇਂ ਜਵਾਬ ਦਿਓਗੇ ਜੇ ਇੱਥੋਂ, ਜੇ ਉੱਧਰ ਨੂੰ ਜਾਵਾਂਗੇ? ਸਰ ਇਹ ਤਾਂ ਦੇਖੋ ਡਿਫੈਂਸ ਦਾ ਅੰਦਰੂਨੀ ਮਾਮਲਾ ਹੈਗਾ, ਇਹਦੇ ਵਿੱਚ ਵੀ ਆਰ ਨਾਟ ਕਮੈਂਟ ਐਨੀਥਿੰਗ। ਜੋ ਉੱਪਰ ਫੋਰਸਿਸ ਜਾਂ ਜੋ ਐਡਮਿਨਿਸਟ੍ਰੇਸ਼ਨ ਜੋ ਵੀ ਡਿਸੀਜਨਸ ਇੱਥੇ ਲੈਣਾ ਚਾਹੁੰਦੇ ਨੇ ਉਹ ਲੈਣਗੇ, ਐਂਡ ਵੀ ਆਰ ਵਿਦ ਦੈਮ। ਤੁਸੀਂ ਕੀ ਚਾਹੁੰਦੇ ਹੋ, ਜੰਗ ਹੋਵੇ ਜਾਂ ਨਹੀਂ? ਤੁਸੀਂ ਕੀ ਚਾਹੁੰਦੇ ਹੋ? ਜੰਗ ਤਾਂ ਕੋਈ ਵੀ ਨਹੀਂ ਚਾਹੁੰਦਾ ਜੀ, ਨਾ ਉਧਰਲੇ ਚਾਹੁੰਦੇ ਨੇ ਤੇ ਨਾ ਇੱਧਰਲੇ, ਕਿਉਂਕਿ ਜੋ ਨੁਕਸਾਨ ਹੁੰਦਾ ਹੈ ਆਮ ਪਬਲਿਕ ਦਾ ਹੁੰਦਾ ਹੈ, ਲੋਕਾਂ ਦਾ ਹੁੰਦਾ ਹੈ, ਉਹਦੀ ਭਰਪਾਈ ਕਿਤੇ ਨਹੀਂ ਕੀਤੀ ਜਾ ਸਕਦੀ ਸਰ। ਸੋ ਵੀ ਡੋਂਟ ਨੀਡ ਕਿ ਵਾਰ ਹੋਏ, ਇਹਨੂੰ ਪੀਸਫੁਲੀ ਸੈਟਲ ਕੀਤਾ ਜਾਵੇ। ਇਨ ਕੇਸ ਅਗਰ ਨਾਪਾਕ ਹਰਕਤਾਂ ਤੋਂ ਪਾਕਿਸਤਾਨ ਨਹੀਂ ਬਾਜ ਜਾਂਦਾ ਤਾਂ ਉਹਨਾਂ ਨੂੰ ਮੂੰਹ ਤੋੜ ਜਵਾਬ ਸਾਡੀ ਆਰਮੀ ਔਰ ਐਡਮਿਨਿਸਟ੍ਰੇਸ਼ਨ ਦੇਗੀ। ਬਿਲਕੁਲ। ਤਾਂ ਐਡਵੋਕੇਟ ਸਾਹਿਬ ਨੇ ਇਹ ਕਹਿ ਰਹੇ ਨੇ ਕਿ ਵੀ ਡੋਂਟ ਨੀਡ ਵਾਰ, ਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਵਾਰ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਹੋਵੇ। ਅਸੀਂ ਜਿਹੜਾ ਸ਼ਾਂਤ ਰਹਿਣੇ। ਬਹੁਤ ਸਾਰੇ ਫਾਰਮ ਭਰੇ ਗਏ ਨੇ
ਵੀਰ ਹੋਰੀ ਸਾਰੇ ਇਸ ਦੀ ਗਿਣਤੀ ਕਰ ਰਹੇ ਨੇ ਜਾਂ ਵੀਰੇ ਕਿੰਨੇ ਕੁ ਨੌਜਵਾਨ ਹੁਣ ਤੱਕ ਜਿਹੜੇ ਫਾਰਮ ਫਿਲ ਕਰ ਗਏ ਨੇ ਕਦੋਂ ਤੋਂ ਤੁਸੀਂ ਲੱਗੇ ਹੋਏ ਹੋ? सवेर के लगे हुए हैं 18 सेक्टर से लेके अभी 17 में चल रहे हैं हम अभी 10,000 प्लस कर चुके हैं हम अभी काउंटिंग होनी है बाकी ਮਤਲਬ 10,000 ਦੇ ਨੇੜੇ ਤੇੜੇ ਨੌਜਵਾਨ ਜੁੜ ਚੁੱਕਿਆ, ਭਾਵੇਂ ਉਹਦੇ ਨੌਜਵਾਨ ਨੇ ਭਾਵੇਂ ਵੱਡੀ ਉਮਰ ਦੇ ਨੇ। ये युवा ज़्यादा है हमारे पास ਇਹ ਜਜ਼ਬਾ ਹੈ ਨੌਜਵਾਨਾਂ ਦਾ। जज्बा पूरा जज्बा ये कहते हैं कि डिफेंस के साथ हम कंधा से कंधा मिला के चलेंगे कदमों से कदमा ਕੀ ਕੁਝ ਡਿਊਟੀਆਂ ਵੰਡੀਆਂ ਜਾਣਗੀਆਂ? ਤੁਸੀਂ ਜਿਵੇਂ ਫਿਲ ਕਰ ਰਹੇ ਹੋ ਫਾਰਮ ਇਹਨਾਂ ਦੇ ਸਾਰਿਆਂ ਦੇ, ਤੁਸੀਂ ਕੀ ਉਮੀਦ ਰੱਖਦੇ ਹੋ ਕਿ ਇਹਨਾਂ ਨੂੰ ਕੀ ਕੁਝ ਜਿਹੜੀ ਡਿਊਟੀ ਦਿੱਤੀ ਜਾਏਗੀ, ਕਿਹੜੀ ਸੇਵਾ ਇਹਨਾਂ ਨੂੰ ਦਿੱਤੀ ਜਾਏਗੀ ਕਿ ਵੀ ਤੁਸੀਂ ਇਹ ਸੇਵਾ ਕਰਨੀ ਹੈ? इनको क्या है आपको पता है कि सेक्टर बाई सेक्टर एक जोन बनेगा उस जोन में इनको ट्रेनिंग दी जाएगी और उस जोन में इन फ्यूचर कोई भी ट्रेजरी हो जाती है तो लोगों को सेफ्टी कैसे करनी, बचाना कैसे, ये वॉलंटियर टाइप पर रखे जाएंगे। ये सारे वॉलंटियर के फॉर्म भरे जा रहे हैं। ਜੋ ਫਾਸਟ ਏਡ ਕਿੱਟ ਹੋ ਗਈ ਜਾਂ ਕੁਝ ਖਾਣ ਪੀਣ ਦੀ ਚੀਜ਼ਾਂ ਜਾਂ ਕੋਈ ਵੀ ਤਰ੍ਹਾਂ ਦੀਆਂ ਐਮਰਜੈਂਸੀ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਣਗੀਆਂ। ये हाँ प्रशासन की तरफ से होगा सारा कुछ। ਬਿਲਕੁਲ ਬਿਲਕੁਲ 10,000 ਦੇ ਨੇੜੇ ਤੇੜੇ ਕਹਿੰਦੇ ਫਾਰਮ ਫਿਲ ਹੋ ਗਏ ਨੇ, ਹਜੇ ਤਾਂ ਗਿਣਤੀ ਕਰਨੀ ਹੈ। ਤੇ ਜੇ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦਾ ਤਾਂ ਉਹਨਾਂ ਨੂੰ ਜਵਾਬ ਸਾਡੇ ਨੌਜਵਾਨ ਦੇਣਗੇ। ਜਿਸ ਤਰੀਕੇ ਦੇ ਨਾਲ ਇੱਧਰ ਵੀ ਸਰ ਲੱਗੇ ਹੋਏ ਨੇ ਲਗਾਤਾਰ, ਇਹ ਇਹਨਾਂ ਨੂੰ ਫਾਈਲਾਂ ਦੇ ਵਿੱਚ ਬੰਦ ਕੀਤਾ ਜਾ ਰਿਹਾ। ਸਰ ਕਿਵੇਂ ਜਜ਼ਬਾ ਲੱਗ ਰਿਹਾ ਨੌਜਵਾਨਾਂ ਦਾ ਇੱਥੇ ਜਿਸ ਤਰੀਕੇ ਨਾਲ? नौजवानों का जज्बा बहुत ज़ोरदार है, बहुत जोश से भरे हुए बच्चे हैं हमारे यहाँ के, और इन पूरे नौजवानों को देख के जी बहुत खुश है। लगता है कि हिंदुस्तान का भविष्य बहुत उज्जवल है, बहुत अच्छा है। इस बार पाकिस्तान के टुकड़े, ये लगता है इनका जोश देख कर लगता है कि अब की बार होके रहेंगे। जो देश का माहौल है और देश की जो परिस्थिति है उसके हिसाब से अब की बार जो पाकिस्तान ने किया उसके अंदर हम सब में बहुत ज़्यादा गुस्सा है और उस गुस्से का अब की बार निपटारा होना है। पिछले 70 साल से हम जो देख रहे हैं, पिछले मोदी जी उसके घर गए, उनको समझाने की कोशिश की, लेकिन उसके बावजूद जो लातों के भूत है जो नहीं मानते, तो अंततः अब की बार ये निर्णय होना है कि फाइनल निपटारा हो। उनको बातचीत से समझाने वाली स्थिति नहीं है। ऐसा हाल हो कि वो जो आतंकवाद के नाम पर वो अपने दुकान चलाते हैं, सारा पैसा, सारा चीज़, सारी इकोनॉमी, जैसे बहुत सारे देश होते हैं वो कुछ प्रोडक्शन के साथ अपना काम करते हैं। कुछ देश हैं जो इनकी इकोनॉमी टूरिज़्म पे बेस है, लेकिन पाकिस्तान की सारी इकोनॉमी आतंकवाद पे बेस्ड है। तो उस आतंकवाद की हड्डी तोड़नी है, उस आतंकवाद की रीढ़ तोड़नी है। जब तक वो नहीं टूटेगी तब तक न केवल हिंदुस्तान में, पूरे विश्व में शांति नहीं है। जहाँ कहीं भी विश्व में आपको आतंकवाद की कोई घटना मिलेगी, उसका तार कहीं ना कहीं पाकिस्तान से जुड़ा हुआ मिलता है। तो वो तार तोड़ने हैं, और वो तभी होगा जब इन पाकिस्तान के जो सरमाएदार बैठे हुए हैं, जो आतंकवाद को बढ़ावा देने के नाम पर बाकी मुखौटा पहन के या तो आर्मी में बैठे हुए हैं या किसी पॉलिटिकल पार्टी में बैठे हुए हैं, चाहे वे मसूद अजहर के नाम पे कोई शिक्षा का संस्थान चलाते हों या मुनीर खान के नाम से वो आर्मी में बैठे हों, उन जब सबकी कमर नहीं टूटेगी, जो स्पॉन्सर्स हैं इसके आतंकवाद के, जो उससे कमाई करते हैं, जो उससे अपने देश की अपनी इकोनॉमी चलाते हैं, उन पर चोट होनी है। और ये उन पर चोट नहीं होगी तो न केवल हिंदुस्तान में, पूरे विश्व में शांति नहीं होनी है। ਕੀ ਲੱਗਦਾ ਸਰ ਇਸ ਵਾਰ ਸਬਕ ਸਿਖਾ ਦੇਣਾ ਚਾਹੀਦਾ ਹੈ ਜਾਂ ਫਿਰ ਜਿਵੇਂ ਲੋਕ ਕਹਿ ਰਹੇ ਨੇ ਕਿ ਵੀ ਜੰਗ ਦਾ ਕੋਈ ਨਹੀਂ ਚਾਹੁੰਦਾ, ਨਾ ਪਾਕਿਸਤਾਨ ਵਾਲੀ ਆਵਾਮ ਚਾਹੁੰਦੀ ਹੈ ਨਾ ਹਿੰਦੁਸਤਾਨ ਦੀ ਆਵਾਮ ਚਾਹੁੰਦੀ ਹੈ ਕਿ ਵੀ ਜੰਗ ਹੋਵੇ? ਤੁਸੀਂ ਕੀ ਚਾਹੁੰਦੇ ਹੋ ਕਿ ਸਬਕ ਸਿਖਾ ਦੇਣਾ ਚਾਹੀਦਾ ਜਾਂ ਫਿਰ ਜੰਗ नहीं होगी? आवाम तो पूरे विश्व की कोई भी नहीं चाहती, हम तो शांति प्रिय आदमी हैं। आवाम तो कहीं का चाहती, लेकिन कई बार क्या है कि वो एक शेर याद आता है, वो कहते हैं कि मसहले हल हुए हैं शबनम मिजाजी से मगर, मसहले हल हुए हैं शबनम मिजाजी से मगर, गुत्थियाँ ऐसी भी हैं कि जिनको सुलझाती है आग। तो जब ज़्यादा मामला उलझ जाता है तब उसको आग से सुलझाना ही पड़ता है, उसको तोड़ना ही पड़ता है। हम लोग सब शांति प्रिय आदमी 70 साल से शांति कर रहे हैं। अटल बिहारी वाजपेयी बस लेकर चले गए, मोदी नवाज शरीफ के यहाँ बिरयानी खाने चले गए, सब करके देख लिया, जो शांति का उपाय है सारे करके देख लिया। क्योंकि हम पड़ोसी नहीं बदल सकते कभी भी, तो हम चाहते हैं कि हमारी पड़ोसी समृद्धि करें, हमारे पड़ोसी तरक्की करें और हम और हमारे पड़ोसी दोनों शांतिपूर्वक रहें। लेकिन जब एक का आधार ही शांति नहीं है, उसका मुकदमा ही सारा केवल भारत के नाश पर है, भारत नष्ट हो जाए किसी तरह तब हम तरक्की करें, तो उससे कैसे दोस्ती होगी, कैसे शांति होगी? तो उसका मामला बिना जंग के संभव नहीं है। और जंग छोटी मोटी नहीं हो, फाइनल हो, उसका निपटारा हो पूरी तरह, तब जाके बात बनेगी। ਸਰ ਪਹਿਲਾਂ ਵੀ ਬਹੁਤ ਘਟਨਾਵਾਂ ਵਾਪਰ ਚੁੱਕੀਆਂ ਨੇ, ਭਾਵੇਂ ਪੁਲਵਾਮਾ ਅਟੈਕ ਹੋਇਆ, ਉਸ ਤੋਂ ਪਹਿਲਾਂ ਨਗਰੋਟਾ ਅੰਡਰ ਸੀਜ਼ ਜਿਹੜੀਆਂ ਘਟਨਾਵਾਂ ਹੋ ਗਈਆਂ ਨੇ, ਅੱਤਵਾਦੀ ਹਮਲੇ, ਪਠਾਨਕੋਟ 에ਅਰ ਬੇਸ ਤੇ ਹਮਲੇ,
ਇਹ ਲਗਾਤਾਰ ਇਸ ਤਰੀਕੇ ਦੇ ਨਾਲ ਹਮਲੇ ਕੀਤੇ ਜਾਂਦੇ ਨੇ। ਪਹਿਲਾਂ ਜ਼ਿੰਮੇਵਾਰੀ ਚੁੱਕ ਲਿੱਤੀ ਜਾਂਦੀ ਹੈ ਅੱਤਵਾਦੀਆਂ ਵੱਲੋਂ ਕਿ ਅਸੀਂ ਕੀਤਾ, ਉਸ ਤੋਂ ਬਾਅਦ ਉਹ ਮੁਨਕਰ ਹੋ ਜਾਂਦੇ ਨੇ ਕਿ ਅਸੀਂ ਨਹੀਂ ਕੀਤਾ। ਜਿਵੇਂ ਹੁਣ ਵੀ ਜਿਹੜੇ ਉਧਰ ਦੇ ਅੱਤਵਾਦੀਆਂ ਦੇ ਜਿਹੜੇ ਮੇਨ ਟੌਪ ਲੀਡਰ ਨੇ, ਉਸਨੇ ਵੀ ਉਹ ਕਹਿਦਾ ਕਿ ਅਸੀਂ ਕੁਝ ਨਹੀਂ ਕਰਵਾਇਆ, ਇਸ ਦੇ ਪਿੱਛੇ ਅਸੀਂ ਨਹੀਂ ਹੈਗੇ, ਪਾਕਿਸਤਾਨ ਜਿਹੜਾ हिंदुस्तान है जान के नौटंकी कर रहा। एक्चुअली उनकी स्ट्रेटेजी है अपने आप में, फॉल्स फ्लैग एक स्ट्रेटेजी कहलाती है कि वहाँ आतंकवादी घटना करो और करने के बाद ये बोलो कि हमने नहीं किया, इन्होंने अपने आदमी मरवा दिए। हमारा काम है तरक्की का, हमारा काम है विकास का, हमारा काम है पूरी दुनिया में शांति कहीं से हो, पूरी दुनिया में बीमारी ना फैले। सारी दुनिया में बीमारी फैली, कोरोना फैला, हमने 56 देशों को कम से कम दवाइयाँ फ्री में बांटी। हमारे यहाँ कहीं आज कुछ भूकंप कहीं हो जाता है, कतर जो तुर्की आज पाकिस्तान का साथ दे रहा है, जब उसके यहाँ बाढ़ हुई सबसे पहले हमारे जहाज पहुँचे उसकी मदद के लिए। तो दुनिया में बिना किसी भेदभाव के कहीं भी कुछ होता है तो हम उसकी मदद के लिए तैयार रहते हैं। उसकी भूकंप आए, प्राकृतिक आपदा आए, कोई भुखमरी हो, पानी की दिक्कत हो, हम सबसे पहले पानी पहुंचाते हैं, हम सबसे पहले खाना पहुंचाते हैं, सबसे पहले अपने दवाइयों के जो मोबाइल हॉस्पिटल्स हैं उनको ले जा करके उनकी मदद करते हैं। तो ये जो उनकी स्ट्रेटेजी है दुनिया बहुत अच्छी तरह समझ चुकी है। जब एबटाबाद में ओसामा बिन लादेन छिपा हुआ था, हमने कहा हमने हमारा नहीं है, हमारा नहीं है। आज सब लोगों ने देखा है कि जब हिंदुस्तान ने उनके आतंकवादियों को मारा तो आतंकवादियों के जनाजे में कितने लोग गए। आतंकवादियों के ज़माने में मसूद अजहर, जो कहते हैं मसूद अजहर हमारे यहाँ ही नहीं, मसूद अजहर जनाजे में शामिल था, मसूद अजहर ख़ानदान वाले सारे मारे गए। तो यो आतंकवाद को पालते हैं, पोसते हैं, अपने यहाँ पल्लवित करते हैं, पुष्पित पल्लवित करते हैं, उनको बढ़ाते हैं और उनके माध्यम से अपने देश की इकोनॉमी चलाते हैं। उनका मामला केवल आतंकवाद से पैसा लेना है कहीं ना कहीं। और उनके ख्वाजा जो रक्षा मंत्री, उसने अभी कहा ही है कि हम तो 30 साल से ये गंदा काम कर रहे हैं। तो फॉल्स फ्लैग वाला मामला कि हिंदुस्तान ने अपना कर लिया है। अतवाद ਨੂੰ ਜਿਹੜਾ बढ़ावा है देंदे ने। उन्होंने कहा कि हमने तो 30 साल से लगभग यही काम किया है। कभी अमेरिका से पैसा लेकर के रूस के खिलाफ लड़े हैं तो आतंकवादियों को पाला है। अफगानिस्तान को हमने ट्रेनिंग दी, आज वो भले ही हमारे अगेंस्ट हो गए हों, लेकिन ख्वाजा अब्बास जो उनके रक्षा मंत्री, उसने खुद कहा है कि हम उनको तरक्की, आतंकवादी को बढ़ावा देते रहे, उनको ट्रेनिंग देते रहे, उनको हथियार मुहैया कराते रहे, जिससे कि कभी वो अमेरिका के अगेंस्ट और कभी रूस के अगेंस्ट वो काम करें। आज अब चूंकि कश्मीर के नाम पर कश्मीर मामला सुलझा, कश्मीर के सारे लोग हिंदुस्तान में रहना चाहते हैं। आज जो उन्होंने तरक्की का रास्ता नहीं अपनाया पाकिस्तान ने, आज उनके यहाँ पूछे चीनी उनके यहाँ क्या रेट है, उनके यहाँ पेट्रोल क्या रेट है, उनके यहाँ आटा क्या रेट है। आटा उनके यहाँ 300 से 600 रुपये किलो तक आटा है। आज हम तरक्की कर रहे हैं, हमारे 35 रुपये, 40 रुपये, 45 रुपये का आटा हमारे यहाँ MP का आटा मिल जाता है। जो सीधा जो नॉर्मल आटा है वो 30 रुपये, 32 रुपये, 35 रुपये मिलता है। तो जब तरक्की का रास्ता करेंगे तो आपके हर आदमी का विकास होता है, हर आदमी की तरक्की होती है। भारत सरकार का तो नारा ही है कि सबका साथ, सबका विश्वास और सबका प्रयास। तो हम तो उस नारे पे काम करते हैं। हम आतंकवाद पे, मारकाट पे हमारा यकीन ही नहीं है। ये तो बुद्ध का देश है, हम युद्ध चाहते कहाँ हैं? युद्ध से हमारा कोई मतलब ही नहीं है। हम तो शांति के वाले देश हैं। गुरु नानक का देश है, गौतम बुद्ध का देश है, गांधी का देश है। किसी ने लड़ाई की बात तक की ही नहीं आज तक। हम तो दुनिया में कहीं देखिए, लोग ताज्जुब करते हैं कि जहाँ जहाँ सिखों के गुरुद्वारे गए हैं वहाँ वहाँ लंगर खाना फ्री में कैसे खिलाते हैं। हम लाखों लोगों को पूरे विश्व में लाखों लोगों को खाना फ्री में खिलाते हैं, हिंदुस्तान से लेकर के और विश्व में जहाँ जहाँ कहीं गुरुद्वारे हैं वहाँ हमारे लंगर लगते हैं। तो हमारा तो काम विकास का है, पेट भरने का है, शांति का है, तरक्की का है। हमारा काम संघर्ष का, लड़ाई का नहीं है। लेकिन मजबूरी में अगर हम पर लड़ाई थोपी जाएगी तो हम ईंट से ईंट बजा देंगे, ईंट का जवाब पत्थर से देंगे और उसकी जड़ खोद कर रख देंगे, नाम और निशान मिटा देंगे। सर ਤੁਹਾਡਾ ਨਾਮ ਕੀ ਹੈ ਜੀ? मेरा नाम प्रवीण सुधाकर, मैं पंजाब यूनिवर्सिटी में स्टूडेंट हूँ और ਅਜੇ ਵੀ ਤੁਸੀਂ पढ़ रहे हो? पढ़ रहा हूँ साहब, मैं पढ़ रहा हूँ। ਅਜੇ ਕਿੰਨੀ ਕੁ ਉਮਰ ਪਈ ਹੈ स्टूडेंट ਦੀ ਅਜੇ ਤੁਹਾਡੀ? मैं 70 साल का हो गया हूँ। अच्छा जी, अजय पढ़ रहे हो? हाँ, बैंक से रिटायर हुआ और मैं लगातार यूनिवर्सिटी से मैंने एडमिशन लिया हुआ, मैं गांधीन में रिसर्च कर रहा हूँ मैं। ਓਕੇ, ਕੀ ਬਾਤ ਹੈ, ਥੈਂਕ ਯੂ ਸਰ। ਤਾਂ ਜਿਵੇਂ ਸਰ ਨੇ ਦੱਸਿਆ, ਤਾਂ ਜਿਹੜੇ ਫਾਰਮ ਭਰੇ ਜਾ ਰਹੇ ਨੇ, ਕਿਵੇਂ ਲਗਨ ਹੈ ਇਹਨਾਂ ਦੇ ਵਿੱਚ, ਨੌਜਵਾਨਾਂ ਦੇ ਵਿੱਚ। ਤੇ ਇੱਕ ਇੱਧਰ ਵੀ ਵੀਰ ਹੈਗੇ ਆ, ਤਾਂ ਅਸੀਂ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਿਸ ਤਰੀਕੇ ਨਾਲ ਫਾਰਮ ਫਿਲ ਹੋ ਰਹੇ ਨੇ ਤਾਂ ਇਹਨਾਂ ਦੀ ਇੱਕ ਨਿਸ਼ਾਨੀਆਂ ਹੈ ਵਰਦੀ ਦੇ ਵਾਂਗੂ, ਜਿਵੇਂ ਇੰਡੀਅਨ ਫੌਜ ਦੀ ਹੁੰਦੀ ਹੈ, ਇੰਡੀਅਨ ਆਰਮੀ ਦੀ ਹੁੰਦੀ ਹੈ, ਤੇ ਹੱਥ ਦੇ ਵਿੱਚ ਕੈਪ ਆ। ਸਰ ਤੁਸੀਂ ਔਨ ਡਿਊਟੀ ਹੋ ਜਾਂ ਰਿਟਾਇਰਡ ਹੋ? सर मैं रिटायर्ड है सर। ਅੱਛਾ हाँ जी, मैं 22 साल करके रिटायर्ड हो गया सर। ਓਕੇ ਓਕੇ। ਤੁਸੀਂ ਤਾਂ ਪਹਿਲਾਂ ਆਪਣੀ ਅੱਖਾਂ ਨਾਲ ਜੰਗਾਂ ਦੇਖੀਆਂ ਹੋਣੀਆਂ जी सर, मैं ਪਿੰਡੇ ਤੇ ਵੀ ਹੰਡਿਆ ਜਾਂ ਕਿਹੜੀ ਕਿਹੜੀ ਜੰਗ ਦੇ ਵਿੱਚ ਸ਼ਾਮਲ ਸੀਗੇ? मैं सर राष्ट्रीय राइफल से रहा सर 28 महीने। RR कहते हैं, जम्मू एंड कश्मीर सर्विस कर दी है वो। ਉਹਦੇ ਕੰਮ ਹੀ ਕੰਬੈਂਟ ਅੰਦਰ
ਆਤੰਕਵਾਦੀ ਨਾਲ ਲੜਨਾ ਔਰ ਮਿਲੀਟੈਂਸੀ ਨੂੰ ਦੂਰ ਕਰਨਾ ਹੁੰਦਾ ਹੈ। ਬਿਲਕੁਲ ਉਹ ਬਿਲਕੁਲ ਨੇੜੇ ਹੀ, ਜਿਵੇਂ LOC ਦੇ ਨੇੜੇ ਸਾਰੀਆਂ ਚੀਜ਼ਾਂ ਨੂੰ ਦੇਖਣਾ, ਰੋਜ਼ ਗੋਲੇਬਾਰੀ ਹੋਣੀ। ਪਰ ਹੁਣ ਜਿਸ ਤਰੀਕੇ ਨਾਲ ਪਾਕਿਸਤਾਨ ਵੱਲੋਂ ਜਿਹੜਾ ਡਰੋਨ ਦਾਗੇ ਜਾ ਰਹੇ ਨੇ ਲਗਾਤਾਰ, ਭਾਵੇਂ ਜੰਮੂ ਕਸ਼ਮੀਰ ਵੱਲ ਨੂੰ, ਭਾਵੇਂ ਪੰਜਾਬ ਵੱਲ ਨੂੰ, ਤੁਸੀਂ ਕਿਵੇਂ ਦੇਖਦੇ ਹੋ ਕਿ ਇਸ ਦਾ ਕੀ ਹੱਲ ਹੈ ਕਿ ਕਿਵੇਂ ਇਹਨੂੰ ਕੰਟਰੋਲ ਕੀਤਾ ਜਾ ਸਕਦਾ? ਸਰ ਜਿਹੜਾ ਅਸੀਂ ਪਹਿਲੇ ਦੇਖ ਰਹੇ ਸੀ ਕਿ ਚਲੋ ਪਾਕਿਸਤਾਨ ਛੋਟਾ ਭਰਾ ਹੈ, ਬਟ ਸਰ ਹੁਣ ਉਹਨੇ ਜ਼ਿਆਦਾ ਟੋਲਰੇਟ ਕਰ ਰਿਹਾ ਬਹੁਤ ਜ਼ਿਆਦਾ, ਤੇ ਹੁਣ ਸਰ ਅਨਕੰਡੀਸ਼ਨਲ ਹੋ ਗਿਆ ਹੈ, ਤੇ ਹੁਣ ਅਸੀਂ ਬਰਦਾਸ਼ਤ ਤੋਂ ਬਾਹਰ ਹੋ ਗਿਆ ਹੈ। ਜਿਹੜੇ ਸਾਡੇ ਪਹਿਲਗਾਮ ਔਰ ਕਿੰਨੇ ਅਟੈਕ ਕਰਤੇ ਨੇ, ਤੇ ਹੁਣ ਇਹ ਪੋਸੀਬਲ ਹੈ ਹੁਣ ਪਾਕਿਸਤਾਨ ਦੇ 4 ਟੁਕੜੇ ਹੋਣਗੇ ਸਰ। ਤੁਸੀਂ ਇਹ ਮੰਨਦੇ ਹੋ ਜਦੋਂ RR ਵੇਲੇ ਸੀਗੇ, ਰਾਸ਼ਟਰੀ ਰਾਈਫਲ ਵੇਲੇ, ਉਦੋਂ ਤੁਹਾਨੂੰ ਕਿਹੜੀਆਂ ਚੀਜ਼ਾਂ ਦੇਖ ਕੇ ਅੱਗੇ ਜਾਂਦੇ ਸੀਗੇ ਕਿ ਵੀ ਹੁਣ ਜਿਹੜਾ ਪਾਕਿਸਤਾਨ ਜਿਹੜੇ ਅੱਤਵਾਦੀ ਨੇ ਜਾਂ ਕੋਈ ਅੱਗੇ ਘੁਸਪੈਠ ਕਰ ਰਿਹਾ, ਉਹਨਾਂ ਨੂੰ ਕਿਵੇਂ ਸਬਕ ਸਿਖਾਇਆ ਜਾਂਦਾ? ਕੀ ਮੂਵਮੈਂਟ ਸੀਗੀ ਉਸ ਵੇਲੇ ਦੀ? ਸਰ ਉੱਥੇ ਮੇਨ ਅਸੀਂ ਜਿਹੜਾ ਦੇਖਿਆ ਉਧਰ ਜਿਹੜੇ ਕਸ਼ਮੀਰੀ ਲੋਕਲ ਲੋਕ ਨੇ, ਉਹਨਾਂ ਦੀ ਬਹੁਤ ਜ਼ਿਆਦਾ ਸਪੋਰਟ ਹੈ ਉਹਨਾਂ ਨੂੰ, ਇਸ ਕਰਕੇ ਥੋੜਾ ਸਾਡੀ ਫੌਜ ਨੂੰ ਥੋੜਾ ਲੋਸ ਹੁੰਦਾ ਹੈ। ਬਾਕੀ ਹੋਰ ਕੁਝ ਨਹੀਂ ਸਰ, ਹੋਰ ਅਸੀਂ ਟ੍ਰੇਨਡ ਆ ਪੂਰੇ। ਹਰ ਆਰਮੀ ਸੋਲਜਰ ਜ਼ਿਆਦਾ ਟਾਈਮ ਸਪੈਂਡ ਕਰਦਾ J&K ਜੰਮੂ ਕਸ਼ਮੀਰ 'ਚ ਹੀ ਕਰਦਾ ਹੈ, ਤੇ ਕੋਈ ਜੋਗ੍ਰਾਫਿਕਲ ਕੰਡੀਸ਼ਨ ਕੋਈ ਦਿੱਕਤ ਨਹੀਂ ਹੈ ਸਰ ਉਧਰ ਵਾਰ ਕਰਨ ਦੀ। ਮਤਲਬ ਕੋਈ ਜ਼ਰੂਰਤ ਨਹੀਂ ਹੈ, ਪਰ ਪਾਕਿਸਤਾਨ ਲਗਾਤਾਰ ਡਰੋਨ ਭੇਜ ਰਿਹਾ ਪੰਜਾਬ ਦੇ ਵਿੱਚ, ਜੰਮੂ ਕਸ਼ਮੀਰ ਜਾਂ ਸ਼੍ਰੀਨਗਰ ਉਸ ਪਾਸੇ ਨੂੰ ਲਗਾਤਾਰ ਬਾਰਡਰ ਦੀ। ਕਿਸ ਹਿਸਾਬ ਨਾਲ ਜਵਾਬ ਦੇਣਾ ਚਾਹੀਦਾ? ਜਿਸ ਟਾਈਮ ਅਸੀਂ ਸੀ ਉੱਥੇ ਉਸ ਟਾਈਮ ਡਰੋਨ ਹੈ ਨਹੀਂ ਸੀ, 2004 ਚ ਮੈਂ RR ਕੱਟੀ ਹੈ, ਤੇ ਉਸ ਟਾਈਮ ਡਰੋਨ ਹੁਣ ਆਏ ਨੇ। ਤੇ ਜਿਹੜੇ ਹੁਣ ਪਾਕਿਸਤਾਨ ਦੇ ਟਰਕੀ ਵਗੈਰਾ ਜਾਂ ਅਜ਼ਰਬੈਜਾਨ, ਇਹ 2-3 ਕੰਟਰੀਆਂ ਨੇ ਜਿਹੜੇ ਸਪਲਾਈ ਕਰ ਰਹੇ ਨੇ। ਇਹ ਵੀ 3-4 ਦਿਨ ਦੀ ਸਪਲਾਈ ਹੈ, ਖਤਮ ਹੋ ਜਾਏਗੀ। ਪਾਕਿਸਤਾਨ ਭੁੱਖ ਨੰਗਾ ਦੇਸ਼ ਹੈ, ਜ਼ਿਆਦਾ ਡਰੋਨ ਉਹਦੇ ਕੋਲ ਹੈ ਨਹੀਂ ਹੈ। ਹਾਂਜੀ। ਅੱਛਾ, ਜਿਹੜੇ ਅੱਤਵਾਦੀ ਨੇ ਉੱਥੋਂ ਦੇ, ਜਿਹੜੇ ਸਾਰੇ ਉਸ ਚੀਜ਼ ਨੂੰ ਚਲਾਉਂਦੇ ਨੇ, ਮੂਵਮੈਂਟ ਨੂੰ ਚਲਾਉਂਦੇ ਨੇ, ਭਾਵੇਂ ਉਹ TRF ਆ ਜਾਂ ਕੋਈ ਹੋਰ ਨੇ, ਜਿੰਨੇ ਵੀ ਸੰਗਠਨ ਨੇ, ਉਹਨਾਂ ਨੂੰ ਕਿਵੇਂ ਦੇਖਦੇ ਹੋ ਕਿ ਉਹ ਪਹਿਲਾਂ ਕਹਿ ਦਿੰਦੇ ਨੇ ਕਿ ਅਸੀਂ ਹਮਲਾ ਕੀਤਾ, ਫਿਰ ਉਸ ਤੋਂ ਬਾਅਦ ਮੁਨਕਰ ਹੋ ਜਾਂਦੇ ਨੇ ਕਿ ਅਸੀਂ ਹਮਲਾ ਨਹੀਂ ਕੀਤਾ? ਜਿਹੜੇ ਆਤੰਕਵਾਦ ਹੈ ਸਰ, ਆਤੰਕਵਾਦ ਇਹ ਪਾਕਿਸਤਾਨ ਹੀ ਪਾਲ ਰਿਹਾ ਹੈ, ਔਰ ਪਾਕਿਸਤਾਨ ਦੀ ਸੈਨਾ ਪਾਲ ਰਹੀ ਹੈ, ਤੇ ਉਹਦਾ ਯੂਜ਼ ਕਰ ਰਹੀ ਹੈ। ਤੇ ਹੁਣ ਜਿੱਦਾਂ ਅਸੀਂ ਸਾਡੀ ਆਰਮੀ ਹੈ, ਸਾਡੇ ਕੋਲ ਐਸਾ ਕੋਈ ਗਰੁੱਪ ਨਹੀਂ ਹੈ ਜਿਹੜਾ ਮਤਲਬ ਕਿ ਅਨਸਿਵਲਾਈਜ਼ ਵਰਕ ਕਰੇ, ਤੇ ਉਹਨਾਂ ਨੇ ਆਤੰਕਵਾਦੀ ਪਾਲੇ ਹੋਏ ਨੇ। ਉਹਨਾਂ ਕੋਈ ਰੂਲ ਐਂਡ ਲਾਅ ਐਂਡ ਆਰਡਰ ਨਹੀਂ ਹੈ, ਜਿਹੜੇ ਕਸ਼ਮੀਰ 'ਚ ਬਾਰਡਰ ਕ੍ਰੋਸ ਕਰਕੇ ਅਨਲੀਗਲ ਔਰ ਕਸ਼ਮੀਰ 'ਚ ਅੰਦਰ ਆਪਣਾ ਪ੍ਰੋਪਗੰਡਾ ਕਰਦੇ ਨੇ। ਤੇ ਉਹਨਾਂ ਦੀ ਲਾਈਫ 2-3 ਸਾਲ ਦੀ ਹੁੰਦੀ ਹੈ, ਉਹਨਾਂ ਨੂੰ ਪਤਾ ਕਿ ਅਸੀਂ ਮਰਨਾ ਹੈ, ਮਰਨੇ ਵਾਸਤੇ ਆਉਂਦੇ ਨੇ ਉਹ। ਬਿਲਕੁਲ ਠੀਕ ਹੈ। ਤੇ ਅੱਜ ਦੀ ਜਿਹੜੀ ਮੂਵਮੈਂਟ ਸੀਗੀ, ਭਰਤੀ ਹੋ ਰਹੀ ਹੈ, ਇਹਨੂੰ ਕਿਵੇਂ ਦੇਖਦੇ ਹੋ ਕਿ ਨੌਜਵਾਨ ਜਿਹੜੇ ਨੇ, ਹਾਲਾਂਕਿ ਇਹਨਾਂ ਦੇ ਵਿੱਚ ਇੱਕ ਜਜ਼ਬਾ ਹੈ ਕਿ ਅਸੀਂ ਦੇਸ਼ ਦੀ ਸੇਵਾ ਕਰਨੀ ਹੈ, ਕਿਸੇ ਹਿਸਾਬ ਨਾਲ ਕਰ ਲਈਏ, ਭਾਵੇਂ ਕਿਸੇ ਨੂੰ ਦਵਾਈ ਦੇ ਦਈਏ, ਭਾਵੇਂ ਕਿਸੇ ਨੂੰ ਕੋਈ ਵੀ ਚੀਜ਼ ਪਹੁੰਚਾ ਦਈਏ, ਇਸ ਮੂਵਮੈਂਟ ਨੂੰ ਕਿਵੇਂ ਦੇਖ ਰਹੇ ਹੋ? ਸਰ ਇੰਡੀਆ ਇਜ਼ ਦਾ ਕੰਟਰੀ ਆਫ ਯੰਗ ਜਨਰੇਸ਼ਨ। ਜਿੱਦਾਂ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਕਹਿੰਦੇ ਨੇ ਕਿ ਸਾਡੇ ਕੋਲ ਯੰਗ ਜਨਰੇਸ਼ਨ ਬਹੁਤ ਜ਼ਿਆਦਾ ਹੈ, ਤੇ ਇਹਨਾਂ ਦਾ ਖੂਨ ਉਬਾਲੇ ਮਾਰ ਰਿਹਾ ਹੈ। ਤੇ ਅਗਰ ਅੱਜ ਅਸੀਂ ਵਲੰਟੀਅਰ ਭਰਤੀ ਕਰੀਏ ਚੰਡੀਗੜ੍ਹ ਹੀ, ਕਮ ਸੇ ਕਮ 5000 ਬੰਦਾ ਅੱਜ ਹੀ ਵਲੰਟੀਅਰ ਭਰਤੀ ਹੋ ਜਾਏਗਾ ਫੌਜ ਦੇ ਅੰਦਰ। ਤੇ ਸਾਡੇ ਕੋਲ ਮੇਨ ਪਾਵਰ ਬਹੁਤ ਜ਼ਿਆਦਾ ਹੈ, ਔਰ ਅਸੀਂ ਇਹਦਾ ਯੂਟੀਲਾਈਜ਼ ਕਰਾਂਗੇ ਅੱਗੇ ਆਉਣ ਵਾਲੇ ਟਾਈਮ ਸਰ। ਜਿੱਦਾਂ ਅਸੀਂ ਇਹਨਾਂ ਨੂੰ ਫਸਟ ਏਡ ਟ੍ਰੇਨਿੰਗ ਦੇਵਾਂਗੇ, ਫਾਇਰ ਫਾਈਟਿੰਗ ਟ੍ਰੇਨਿੰਗ ਦੇਵਾਂਗੇ, ਔਰ ਰਾਸ਼ਨ ਐਂਡ ਸਪਲਾਈ ਜਿੱਦਾਂ ਕੈਜੁਅਲਟੀ ਹੋ ਜਾਂਦੀ ਹੈ ਉਹਨਾਂ ਨੂੰ ਪਹੁੰਚਾਉਣਾ ਹੈ, ਔਰ ਫਸਟ ਏਡ, ਫਾਇਰ ਫਾਈਟਿੰਗ, ਕੋਈ ਕੈਜੁਅਲਟੀ ਹੋ ਜਾਂਦੀ ਹੈ ਕਿੱਦਾਂ ਅਸੀਂ ਸੇਵ ਹੋਣਾ ਹੈ, ਉਹ ਚੀਜ਼ਾਂ ਅਸੀਂ ਸਿਖਾਵਾਂਗੇ ਸਰ। ਬਿਲਕੁਲ ਠੀਕ ਹੈ ਸਰ। ਤੁਹਾਡਾ ਨਾਮ ਕੀ? ਮੇਰਾ ਹੁਣ ਮੈਂ ਐਡਵੋਕੇਟ ਹਾਂ, ਪਹਿਲੇ ਮੈਂ ਹਵਲਦਾਰ ਭੁਪਿੰਦਰ ਸ਼ਰਮਾ ਮੇਰਾ ਨਾਮ ਹੈ। ਠੀਕ ਹੈ। ਹਾਂਜੀ। ਭੁਪਿੰਦਰ ਸ਼ਰਮਾ ਜੀ ਸੀਗੇ ਸਾਡੇ ਨਾਲ, ਇਹ ਰਿਟਾਇਰਡ ਨੇ ਆਰਮੀ ਤੋਂ, ਇਹਨਾਂ ਨੇ ਸੇਵਾਵਾਂ ਨਿਭਾਈਆਂ ਨੇ RR ਦੇ ਵਿੱਚ। ਤਾਂ ਜਿਸ ਤਰੀਕੇ ਦਾ ਮਾਹੌਲ ਹੁਣ ਪਾਕਿਸਤਾਨ ਅਤੇ ਹਿੰਦੁਸਤਾਨ ਦਾ ਹੋ ਰਿਹਾ, ਉਸ ਵਿੱਚ ਆਲੇ ਹਿੰਦੁਸਤਾਨ ਦੇ ਨੌਜਵਾਨ ਕਹਿ ਰਹੇ ਨੇ ਅਸੀਂ ਤਿਆਰ ਹਾਂ। ਤਾਂ ਜਿਸ ਤਰੀਕੇ ਦੇ ਨਾਲ ਇੱਕ ਅੰਕਲ ਸੀਗੇ, ਉਹਨਾਂ ਨੇ ਕਿਹਾ ਕਿ ਮੈਂ ਹਜੇ ਵੀ ਪੜ੍ਹਾਈ ਕਰ ਰਿਹਾ, ਪਰ ਉਹਨਾਂ ਦੇ ਵਿਚਾਰ ਸੀਗੇ ਕਿ ਇਸ ਤਰੀਕੇ ਦੇ ਨਾਲ ਜਿਹੜੀ ਲਗਾਤਾਰ ਪਾਕਿਸਤਾਨ ਦੇ ਵਿੱਚ ਮਹਿੰਗਾਈ ਵੱਧ ਰਹੀ ਹੈ, ਹਿੰਦੁਸਤਾਨ ਲਗਾਤਾਰ ਤਰੱਕੀ ਕਰ ਰਿਹਾ, ਪਰ ਇਸ ਨੂੰ ਪਾਕਿਸਤਾਨ ਨੂੰ ਜਿਹੜਾ ਬਰਦਾਸ਼ਤ ਨਹੀਂ ਹੋ ਰਿਹਾ। ਪਰ ਆਉਣ ਵਾਲੇ ਦਿਨਾਂ ਵਿੱਚ ਕੀ ਤਸਵੀਰਾਂ ਹੁੰਦੀਆਂ ਨੇ, ਕਿੰਨੇ ਕੁ ਨੌਜਵਾਨ ਇਸ ਦੇ ਵਿੱਚ ਜੁੜਦੇ ਨੇ ਮੁਹਿੰਮ ਦੇ ਵਿੱਚ, ਇਹ ਦੇਖਣਾ ਹੋਏਗਾ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ। ਕੈਮਰੇ ਤੇ ਸਹਿਯੋਗ ਦੇ ਜਗਮੀਤ ਸਿੰਘ, ਧੰਨਵਾਦ।